ਤੁਸੀਂ ਸੁਣ ਰਹੇ ਹੋ ਡਾਕਟਰ ਦਲਜੀਤ ਸਿੰਘ ਦੀ ਕਿਤਾਬ ਦੂਜਾ ਪਾਸਾ ਚੌਥੇ ਭਾਗ ਵਿੱਚ ਸੁਣੋ। ਯਾਦ ਕਰੀਏ ਨਿਊਯਾਰਕ 11 ਸਤੰਬਰ 2001। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 11 ਸਤੰਬਰ 2001 ਦੀ ਸਵੇਰ ਨੂੰ ਦੁਨੀਆ ਵਿੱਚ ਇੱਕ ਨਵਾਂ ਭਿਆਨਕ ਇਤਿਹਾਸ ਸਿਰਜਿਆ ਗਿਆ। ਇੱਕ ਮੱਛਰ ਜਿਹੇ ਹਵਾਈ ਜਹਾਜ਼ ਨੇ ਇੱਕ ਚੂਲੀ ਭਰ ਤੇਲ ਨਾਲ ਦੁਨੀਆ ਦੀ ਅਜ਼ੀਮ ਤਰੀਨ ਇਮਾਰਤ ਵਰਲਡ ਟ੍ਰੇਡ ਸੈਂਟਰ ਵਿੱਚ ਤਬਾਹੀ ਲਿਆਉਣ ਦਾ ਸਵਿੱਚ ਦੱਬਿਆ। ਕੁਝ ਚਿਰ ਪਿੱਛੋਂ ਇੱਕ ਹੋਰ ਅਜਿਹਾ ਮੱਛਰ ਦੂਜੇ ਟਾਵਰ ਨੂੰ ਡੰਗ ਮਾਰ ਗਿਆ। ਬੇਅੰਤ ਕੈਮਰਿਆਂ ਨੇ ਦੂਜੇ ਹਾਦਸੇ ਨੂੰ ਫਿਲਮਾਇਆ। ਉਸ ਦਿਨ ਰੱਬ ਨੇ ਫਿਜ਼ਿਕਸ ਦੇ ਸਾਰੇ ਕਾਨੂੰਨ ਛਿੱਕੇ 'ਤੇ ਟੰਗ ਦਿੱਤੇ। ਜਹਾਜ਼ ਦੇ ਮਿੱਟੀ ਦੇ ਤੇਲ ਨੇ ਥੋੜ੍ਹੇ ਤਾਪਮਾਨ ਵਾਲੇ ਕਾਲੇ ਧੂਏਂ ਦੇ ਹੁੰਦਿਆਂ ਵੀ ਵਧੀਆ ਸਟੀਲ ਨੂੰ ਭੰਗਾਰਨਾ ਸ਼ੁਰੂ ਕੀਤਾ। ਇਮਾਰਤਾਂ ਦੀ ਇੱਕ ਨੁੱਕਰ ਵਿੱਚ ਪਹੁੰਚ ਕੇ ਇੱਕੋ ਹੀ ਸਮੇਂ ਸਟੀਲ ਗਲਣ ਲੱਗ ਪਿਆ। ਬਿਲਡਿੰਗ ਦੇ ਧੁਰ ਅੰਦਰ 100 ਲਿਫਟਾਂ ਦੇ ਧੁਰ ਅੰਦਰ ਵੀ ਇਹ ਕਾਰਾ ਹੋਣ ਲੱਗ ਪਿਆ। ਉਸ ਦਿਨ ਰੱਬ ਨੇ ਵੀ ਕਈ ਨਵੇਂ ਕਾਨੂੰਨ ਕੱਢ ਦਿੱਤੇ, ਜਿਨ੍ਹਾਂ ਕਾਰਨ ਜਿੱਥੇ 2 ਲੱਖ ਟਨ ਸਟੀਲ ਨੂੰ ਯੋਜਨਾਬੱਧ ਖੋਰਾ ਲੱਗਣਾ ਸ਼ੁਰੂ ਹੋਇਆ, ਉੱਥੇ 4 ਲੱਖ ਟਨ ਕੰਕਰੀਟ ਦੀਵਾਲੀ ਬਰੂਦ ਵਾਂਗ ਫਟਣ ਲਈ ਤਿਆਰ ਹੋਣਾ ਸ਼ੁਰੂ ਹੋ ਗਿਆ। 40 ਕੁ ਮਿੰਟਾਂ ਅੰਦਰ 112 ਮੰਜ਼ਲੀਆਂ ਇਮਾਰਤਾਂ, ਪਹਿਲਾਂ ਇੱਕ, ਥੋੜ੍ਹੇ ਹੀ ਸਮੇਂ ਪਿੱਛੋਂ ਦੂਜੀ, ਓਨੇ ਸਮੇਂ ਵਿੱਚ ਢਹਿ ਢੇਰੀ ਹੋ ਗਈ ਜਿੰਨੇ ਸਮੇਂ ਵਿੱਚ ਤੁਸੀਂ ਇਸ ਫਿਕਰੇ ਦਾ ਕੁਝ ਹਿੱਸਾ ਹੀ ਸੁਣਿਆ ਪੜ੍ਹਿਆ ਹੈ। ਸਭ ਜਾਣਦੇ ਨੇ ਜਦੋਂ ਅੱਗ ਲੱਗਦੀ ਹੈ ਤਾਂ ਲਾਟਾਂ ਨਿਕਲਦੀਆਂ ਹਨ ਅਤੇ ਨਿਕਲਦੀਆਂ ਹੀ ਰਹਿੰਦੀਆਂ ਹਨ ਅਤੇ ਸਟੀਲ ਦੀ ਇਮਾਰਤ ਇੰਜ ਨਹੀਂ ਪੰਘਰਦੀ। ਪਰ ਕੌਣ ਆਖੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ। ਕੱਲ੍ਹ ਨੂੰ ਜੇ ਸਾਹਿਬ ਸਟੋਵ ਦੇ ਉੱਤੇ ਭਾਂਡੇ ਭੰਗਾਰਨੇ ਸ਼ੁਰੂ ਕਰ ਦੇਵੇ ਤਾਂ ਅਸੀਂ ਕੀ ਕਰ ਲਵਾਂਗੇ। ਖੈਰ, ਮਰਜ਼ੀ ਸਾਹਿਬ ਦੀ। ਦੋਵੇਂ ਇਮਾਰਤਾਂ ਬਲਣ ਦੀ ਥਾਂ ਪਾਟਣੀਆਂ ਸ਼ੁਰੂ ਹੋ ਗਈਆਂ। ਉੱਪਰੋਂ ਹੇਠਾਂ ਨੂੰ ਹਰ ਇੱਕ ਸੈਕਿੰਡ ਦੇ ਵਿੱਚ 11 ਮੰਜ਼ਲਾਂ ਪਾਟੀਆਂ, ਸਮੇਤ ਧੁਰ ਅੰਦਰ ਦੀਆਂ 100 ਲਿਫਟਾਂ ਦੇ, ਅਤੇ 10 ਤੋਂ ਘੱਟ ਸੈਕਿੰਡਾਂ ਵਿੱਚ ਸਿੱਧੀਆਂ ਆਪਣੇ ਪੈਰਾਂ ਵਿੱਚ ਆ ਡਿੱਗੀਆਂ। ਪਾਟਣ ਵੇਲੇ ਦੋਹਾਂ ਇਮਾਰਤਾਂ ਦਾ 8 ਲੱਖ ਟਨ ਕੰਕਰੀਟ ਬਰੀਕ ਧੂੜ ਬਣ ਕੇ ਕੁੱਲ ਨਿਊਯਾਰਕ ਉੱਤੇ ਛਾ ਗਿਆ ਅਤੇ ਬੇਅੰਤ ਲੋਕਾਂ ਦਾ ਸਾਹ ਘੁੱਟਣ ਲੱਗਾ। ਦਾਦ ਦਈਏ ਅਮਰੀਕਨ CIA ਨੂੰ, ਜਿਸ ਨੂੰ 1976 ਵਿੱਚ ਹੀ ਇਹ ਖਦਸ਼ਾ ਸੀ ਕਿ ਟਵਿਨ ਟਾਵਰ ਭਾਵ ਵਰਲਡ ਟ੍ਰੇਡ ਸੈਂਟਰ ਦੀ ਉੱਚੀ ਇਮਾਰਤ ਦੀ ਜੋੜੀ ਨੂੰ ਕਿਸੇ ਅੱਤਵਾਦੀ ਤਾਕਤਾਂ ਤੋਂ ਖਤਰਾ ਹੋ ਜਾਵੇਗਾ। ਅਮਰੀਕਾ ਦੀ ਅਤ ਦੂਰ ਅੰਦੇਸੀ ਸੈਨੇਟ ਨੇ ਇੱਕ ਮਤਾ ਪਾਸ ਕਰਕੇ CIA ਨੂੰ ਹੁਕਮ ਦਿੱਤੇ ਕਿ ਖੋਜ ਕੀਤੀ ਜਾਵੇ ਕਿ ਮੱਧ ਏਸ਼ੀਆ ਦੇ ਅਗਵਾਕਾਰ ਕਿਵੇਂ ਹਵਾਈ ਜਹਾਜ਼ ਅਗਵਾ ਕਰਕੇ ਇਹਨਾਂ ਇਮਾਰਤਾਂ ਦੇ ਨਾਲ ਟਕਰਾ ਸਕਦੇ ਹਨ। ਇਹ ਖੋਜ ਇਸ ਲਈ ਕਰਨੀ ਸੀ ਤਾਂ ਜੋ ਇਹ ਕਾਰਾ ਹੋਣ ਤੋਂ ਹੀ ਰੋਕਿਆ ਜਾ ਸਕੇ। ਜਦੋਂ ਸੈਨੇਟ ਨੇ ਇਹ ਮਤਾ ਪਾਸ ਕੀਤਾ, ਉਦੋਂ CIA ਦੇ ਪ੍ਰਧਾਨ ਜਾਰਜ ਬੁਸ਼ ਸੀਨੀਅਰ ਸਨ, ਜੋ ਅੱਗੇ ਜਾ ਕੇ ਦੇਸ਼ ਦੇ ਪ੍ਰਧਾਨ ਬਣੇ, ਅਤੇ ਕਲਿੰਟਨ ਪਿੱਛੋਂ ਉਹਨਾਂ ਦਾ ਬੇਟਾ ਬੁਸ਼ ਪ੍ਰਧਾਨ ਬਣਿਆ ਜਦੋਂ 2001 ਦਾ ਕਾਰਾ ਹੋਇਆ। CIA ਪੂਰੇ 25 ਸਾਲ ਇਹ ਹਾਦਸੇ ਰੋਕਣ ਲਈ ਉਪਰਾਲੇ ਲੱਭਦੀ ਰਹੀ, ਜਿਸ ਦੇ ਵਿੱਚ ਫਟਣ ਪਦਾਰਥ ਅਤੇ ਪਾਇਲਟ ਰਹਿਤ ਜਹਾਜ਼ਾਂ ਦੇ ਨਾਲ ਵੀ ਬੇਅੰਤ ਤਜਰਬੇ ਕੀਤੇ ਗਏ। ਪੂਰੀ ਮਹਾਰਤ ਹਾਸਲ ਕਰਨ ਪਿੱਛੋਂ ਹਕੂਮਤ ਨੇ 11 ਸਤੰਬਰ 2001 ਨੂੰ ਹਾਦਸੇ ਰੋਕਣ ਦੀਆਂ ਮਸ਼ਕਾਂ ਦਾ ਹੁਕਮ ਦਿੱਤਾ। ਦੇਸ਼ ਦੇ ਕੁੱਲ ਹਵਾਈ ਅੱਡੇ ਹਵਾਈ ਜਹਾਜ਼ਾਂ ਤੋਂ ਖਾਲੀ ਕਰ ਦਿੱਤੇ ਗਏ। ਅੱਗ ਬੁਝਾਊ ਮਹਿਕਮਾ ਨਿਊਯਾਰਕ ਟਾਵਰਾਂ ਦੁਆਲੇ ਸੜਕਾਂ ਖਾਲੀ ਕਰਵਾ ਕੇ ਆਪਣੇ ਅਭਿਆਸ ਕਰਨ ਲੱਗ ਪਿਆ। ਮਸ਼ਕਾਂ ਦੀਆਂ ਫਿਲਮਾਂ ਵੀ ਬਣਾਈਆਂ ਗਈਆਂ, ਇੱਥੋਂ ਤੱਕ ਕਿ ਜਦੋਂ ਪਹਿਲਾ ਜਹਾਜ਼ ਇਮਾਰਤ ਨੂੰ ਵੱਜਾ ਤਾਂ ਅਨਭੋਲ ਉਸ ਦੀ ਫਿਲਮ ਵੀ ਖਿੱਚ ਲਈ ਗਈ। ਪਰਮਾਤਮਾ ਦੇ ਰੰਗ ਵੀ ਨਿਆਰੇ ਹਨ। ਇੱਧਰ ਕੁੱਲ ਦੇਸ਼ ਦੀ ਰੱਖਿਆ ਪ੍ਰਣਾਲੀ ਜੋੜੇ ਟਾਵਰ ਬਚਾਉਣ ਦੀਆਂ ਕਸਰਤਾਂ ਉੱਤੇ ਲੱਗੀ ਹੋਈ ਹੈ। ਐਨ ਉਸ ਸਮੇਂ ਸੱਚਮੁੱਚ ਦੇ ਅਗਵਾ ਹੋਏ ਜਹਾਜ਼ ਇਮਾਰਤਾਂ ਦੇ ਨਾਲ ਜਾ ਟਕਰਾਏ। ਦੇਸ਼ ਬਚਾਊ ਕਸਰਤਾਂ ਵਿੱਚ ਰੁੱਝਿਆ ਹੋਣ ਕਰਕੇ ਪੂਰੀ ਤਰ੍ਹਾਂ ਨਿਹੱਥਾ ਸੀ। ਅਚਿੰਤੇ ਬਾਜ਼ ਪੈ ਗਏ। ਦੁਨੀਆ ਦੇ ਇਤਿਹਾਸ ਉੱਤੇ ਖੂਨ ਦਾ ਧੱਬਾ ਲੱਗ ਗਿਆ। ਕੁਦਰਤ ਨੇ ਤਾਂ ਉਸ ਦਿਨ ਅਣਹੋਣੀਆਂ ਦਾ ਰਿਕਾਰਡ ਕਾਇਮ ਕਰ ਦਿੱਤਾ। ਹਵਾਈ ਅੱਡਿਆਂ ਦੇ ਰੱਖਿਆ ਕੈਮਰਿਆਂ ਨੇ ਅਗਵਾਕਾਰਾਂ ਦੀ ਫਿਲਮ ਨਹੀਂ ਲਈ,
ਉਹ ਬਿਨਾਂ ਟਿਕਟ ਜਹਾਜ਼ਾਂ ਵਿੱਚ ਵੜ ਗਏ। ਉਹ ਬੇਅੰਤ ਥਾਵਾਂ ਦੀਆਂ ਰੋਕਾਂ ਪਾਰ ਕਰਦੇ ਅਦਿੱਖ ਇਨਸਾਨਾਂ ਦੇ ਵਾਂਗ ਹੱਟੇ ਕੱਟੇ ਪਾਇਲਟਾਂ ਨੂੰ ਮਾਰ ਕੇ ਆਪ ਪਾਇਲਟ ਬਣ ਗਏ। ਹਵਾਈ ਜਹਾਜ਼ਾਂ ਦੇ ਕੁੱਲ ਬਹਾਦਰ ਤੇ ਸਮਝਦਾਰ ਅਮਲੇ ਅਤੇ ਯਾਤਰੀ ਅਗਵਾਕਾਰਾਂ ਦੇ ਸਾਹਮਣੇ ਬਿੱਲੀਆਂ ਚੂਹੇ ਬਣ ਆਪਣੀ ਆਪਣੀ ਸੀਟ ਉੱਤੇ ਬੱਝ ਗਏ। ਕਿਸੇ ਅਗਵਾਕਾਰ ਦੇ ਕੋਲ ਬੰਬ ਜਾਂ ਬੰਦੂਕ ਨਹੀਂ ਸੀ, ਬਲਕਿ ਕਥਿਤ ਗੱਤਾ ਕੱਟਣ ਵਾਲਾ ਇੱਕ ਚਾਕੂ ਸੀ। ਦੱਸਿਆ ਗਿਆ ਕਿ ਸਾਊਦੀ ਬਾਦਸ਼ਾਹ ਦੇ 18 ਲੋਕਾਂ ਨੇ ਇੱਕੋ ਸਮੇਂ 4 ਜਹਾਜ਼ ਅਗਵਾ ਕਰਨ ਦਾ ਇਹ ਕਾਰਾ ਕੀਤਾ। ਕੁਝ ਦਿਨਾਂ ਪਿੱਛੋਂ 2 ਜਾਦੂਮਈ ਗੱਲਾਂ ਹੋਈਆਂ। ਇੱਕ ਹਾਈਜੈਕਰ ਦਾ ਪਾਸਪੋਰਟ ਮਲਬੇ ਦੇ ਆਸ-ਪਾਸ ਲੱਭਿਆ। ਇਸੇ ਤਰ੍ਹਾਂ ਇੱਕ ਦੂਸਰੇ ਸਾਥੀ ਦਾ ਕ੍ਰੈਡਿਟ ਕਾਰਡ ਮਿਲ ਗਿਆ, ਜਿਸ ਦੇ ਨਾਲ ਬੈਂਕ ਦੇ ਵਿੱਚੋਂ ਪੈਸੇ ਕੱਢਣ ਦੀ ਵੀ ਸਫਲਤਾ ਹੋਈ। ਵਾਹ ਪ੍ਰਮਾਤਮਾ ਤੇਰੇ ਨਿਆਰੇ ਰੰਗ। ਜਿੱਥੇ ਸਟੀਲ ਅਤੇ ਕੰਕਰੀਟ ਦਾ ਕੁਝ ਵੀ ਨਹੀਂ ਰਿਹਾ, ਉੱਥੇ ਕਾਗਜ਼ ਅਤੇ ਪਲਾਸਟਿਕ ਦੀਆਂ ਚੀਜ਼ਾਂ ਬਚ ਰਹੀਆਂ। ਧੂੜ ਦੇ ਬੱਦਲ ਵਿੱਚ ਛੋਟੇ-ਛੋਟੇ ਟਾਵਰ ਨੰਬਰ 3, 4, 5 ਅਤੇ 6 ਤਾਂ ਵਿਖਾਈ ਨਹੀਂ ਦਿੱਤੇ, ਪਰੰਤੂ ਟਾਵਰ ਨੰਬਰ 7, ਜੋ ਇੱਕ 50 ਮੰਜ਼ਲੀ ਇਮਾਰਤ ਸੀ, 3 ਘੰਟਿਆਂ ਪਿੱਛੋਂ ਮਾਮੂਲੀ ਅੱਗ ਦੇ ਨਾਲ ਇੱਕਦਮ 6 ਸੈਕਿੰਡਾਂ ਵਿੱਚ ਢਹਿ ਢੇਰੀ ਹੋ ਗਿਆ। ਐਨ ਪਹਿਲੇ 2 ਟਾਵਰਾਂ ਦੇ ਵਾਂਗ। ਪਤਾ ਨਹੀਂ BBC ਨੂੰ 24 ਮਿੰਟ ਪਹਿਲਾਂ ਕਿਵੇਂ ਪਤਾ ਲੱਗ ਗਿਆ। ਉਸ ਦੀ ਬੁਲਾਰੀ ਜਿਸ ਸਮੇਂ ਟਾਵਰ 7 ਦੇ ਡਿੱਗਣ ਦੀ ਖਬਰ ਦੇ ਰਹੀ ਸੀ, ਤਾਂ ਉਸ ਦੀ ਪਿੱਠ ਪਿੱਛੇ ਇਹ ਟਾਵਰ ਸਾਬਤ ਸਬੂਤਾ ਖੜਾ ਸੀ। ਉਹ ਵਿਚਾਰੀ ਤਾਂ ਉਹ ਕੁਝ ਬੋਲ ਰਹੀ ਸੀ ਜਿਸ ਦਾ ਹੁਕਮ ਵਾਇਰਲੈਸ ਰਾਹੀਂ ਉਹਦੇ ਕੰਨਾਂ ਵਿੱਚ ਆ ਰਿਹਾ ਸੀ। ਉਸ ਦੀ ਜਾਣੇ ਬਲਾ ਟਾਵਰ 7 ਕਿਹੜਾ ਹੈ। ਇਸੇ ਤਰ੍ਹਾਂ CNN ਦੇ 2 ਬੁਲਾਰੇ ਹੈੱਡਕੁਆਰਟਰ ਤੋਂ ਖਬਰਾਂ ਪੜ੍ਹ ਰਹੇ ਸਨ ਕਿ ਟਾਵਰ 7 ਡਿੱਗ ਗਿਆ ਹੈ। ਇੱਕ ਦੂਜੇ ਵੱਲ ਵੇਖ ਕੇ ਉਹਨਾਂ ਟੈਲੀਵਿਜ਼ਨ ਵੱਲ ਇਸ਼ਾਰਾ ਕਰਦੇ ਕਿਹਾ ਕਿ ਮਿੱਟੀ ਦੇ ਬੱਦਲ ਵਿੱਚ ਠੀਕ ਤਰ੍ਹਾਂ ਦੱਸ ਨਹੀਂ ਸਕਦੇ। ਐਨ ਉਸੇ ਵੇਲੇ ਟਾਵਰ ਨੰਬਰ 7 ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਡਿੱਗਿਆ ਤਾਂ ਉਹਨਾਂ ਕਿਹਾ ਕਿ ਉਹ ਵੇਖੋ, ਉਹ ਡਿੱਗ ਰਿਹਾ ਹੈ। BBC ਅਤੇ CNN ਦੀਆਂ ਖਬਰਾਂ ਇੱਕ ਵਾਰ ਫੇਰ ਸਾਬਤ ਕਰਦੀਆਂ ਹਨ ਕਿ ਰੱਬ ਨਾਂ ਦੀ ਸੱਚਮੁੱਚ ਕੋਈ ਚੀਜ਼ ਹੈ ਜੋ ਤੁਹਾਨੂੰ ਇਹੋ ਜਿਹੀਆਂ ਖਬਰਾਂ ਦਿੰਦੀ ਹੈ। ਜੇ ਤੁਹਾਡਾ ਜੀ ਚਾਹੇ ਤਾਂ ਆਪਣੀਆਂ ਅੱਖਾਂ ਖੋਲ੍ਹ ਸਕਦੇ ਹੋ। ਟਾਵਰ ਡੇਗਣ ਅਤੇ ਖਬਰਾਂ ਦੇਣ ਦੀ ਤਿਆਰੀ ਪਹਿਲਾਂ ਤੋਂ ਹੀ ਕੀਤੀ ਹੋਈ ਸੀ, ਕੇਵਲ ਪ੍ਰਸਾਰ ਸਮੇਂ ਮੇਲ ਨਹੀਂ ਖਾ ਸਕੇ। ਜੋ ਲੋਕ ਪਹਿਲਾਂ 2 ਟਾਵਰਾਂ ਦੇ ਅੰਦਰ ਮਾਰੇ ਗਏ, ਉਹਨਾਂ ਦੀ ਗੱਲ ਮੈਂ ਇੱਥੇ ਨਹੀਂ ਕਰ ਰਿਹਾ। 3 ਟਾਵਰਾਂ ਦੇ ਬੇਅੰਤ ਮੋਟੇ ਗਾਡਰ ਐਸ ਤਰੀਕੇ ਨਾਲ ਟੁੱਟੇ ਕਿ ਹਰ ਇੱਕ ਦੀ ਲੰਬਾਈ 30 ਫੁੱਟ ਸੀ। ਦੇਵਨੇਤ ਨਾਲ ਰੱਖਿਆ ਦੀ ਮਸ਼ਕ ਦੇ ਵਿੱਚ ਉੱਥੇ ਟਰੱਕ ਟ੍ਰੇਲਰ ਵੀ ਮੌਜੂਦ ਸਨ ਅਤੇ ਉਹਨਾਂ ਦੀ ਬਣਤਰ 30 ਫੁੱਟ ਦੇ ਗਾਰਡਰ ਚੁੱਕਣ ਲਈ ਹੀ ਬਣੀ ਹੋਈ ਸੀ। 24 ਘੰਟਿਆਂ ਤੋਂ ਪਹਿਲਾਂ ਮਲਬੇ 'ਚੋਂ ਨਿਕਲੇ ਗਾਰਡਰ ਸੈਂਕੜੇ ਹੀ ਟਰੱਕਾਂ ਨੇ ਢੋਣੇ ਸ਼ੁਰੂ ਕਰ ਦਿੱਤੇ। ਇਹ ਕੰਮ ਉਦੋਂ ਤੱਕ ਨਹੀਂ ਰੁਕਿਆ ਜਦੋਂ ਤੱਕ ਇਹ ਜਗ੍ਹਾ ਸਫਾ ਚੱਟ ਨਹੀਂ ਹੋ ਗਈ। ਭਾਵ ਇਸ ਸੰਗੀਨ ਜੁਰਮ ਦੀ ਤਫਤੀਸ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਦਾ ਖੁਰਾ ਖੋਜ ਮਿਟਾ ਦਿੱਤਾ ਗਿਆ। ਇਹ 4 ਲੱਖ ਟਨ ਸਟੀਲ ਗਿਆ ਕਿੱਥੇ? ਜਾਪਦਾ ਕਿ ਇਹ ਪਹਿਲਾਂ ਮੱਧ ਏਸ਼ੀਆ ਦੀ ਕਿਸੇ ਬੰਦਰਗਾਹ ਵਿੱਚ ਗਿਆ। ਹੋ ਸਕਦਾ ਹੈ ਉੱਥੋਂ ਕਈ ਦੇਸ਼ਾਂ ਵਿੱਚ ਵੇਚਿਆ ਗਿਆ ਹੋਵੇ। ਮੂੰਹ ਜ਼ਬਾਨੀ ਪਤਾ ਲੱਗਾ ਹੈ ਕਿ ਉਸ ਦਾ ਕੁਝ ਹਿੱਸਾ ਪੰਜਾਬ ਵਿੱਚ ਮੰਡੀ ਗੋਬਿੰਦਗੜ੍ਹ ਵਿੱਚ ਢਾਲ ਕੇ ਕਿਸੇ ਨਾ ਕਿਸੇ ਕੰਮ ਲਗਾ ਦਿੱਤਾ ਗਿਆ। ਇਸ ਤਰ੍ਹਾਂ ਸਾਡਾ ਪੰਜਾਬ ਵੀ ਅਨੋਖੇ ਢੰਗ ਨਾਲ ਨਿਊਯਾਰਕ ਦੇ ਜੋੜੇ ਟਾਵਰਾਂ ਨਾਲ ਸੰਬੰਧਿਤ ਹੋ ਗਿਆ। ਅਮਨ ਪਸੰਦ ਦੁਨੀਆ ਦੀ ਆਤੰਕਵਾਦ ਦੇ ਨਾਲ ਮੁੱਠ-ਭੇੜ ਦੀ ਕਹਾਣੀ ਬਹੁਤ ਲੰਮੀ ਅਤੇ ਪਾਚੀਦਾ ਹੈ। ਜਿਸ ਦੀ ਤੀਜੀ ਅੱਖ ਖੁੱਲ੍ਹ ਗਈ, ਉਸ ਨੂੰ ਝੱਟ ਹੀ ਸਮਝ ਆ ਜਾਣੀ ਹੈ। ਕਿਤਾਬ ਦੂਜਾ ਪਾਸਾ, ਲੇਖਕ ਡਾਕਟਰ ਦਲਜੀਤ ਸਿੰਘ, ਭਾਗ ਚੌਥਾ, ਆਵਾਜ਼ ਗੁਰਜੰਟ ਸਿੰਘ ਰੂਪਵਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।